बिस्मिल्लाहिर्रहमानिर्रहीम। लाखों दरूद व सलाम हज़रत मोहम्मद मुस्तफ़ा सल्लल्लाहु अलैहि वसल्लम और उनकी अहले बैत अतखार पर। अस्सलाम वालेकुम नाजरीन, डेली गुजरात के साथ सैयद इब्रार नकवी आपकी खिदमत में हाज़िर है। नाजरीन, मैं इस वक्त मौजूद हूँ जलालपुर जट्टा महल्ला शेरशाही में। तो नाजरीन, कल बरोज़ इतवार जलालपुर जट्टा थाना सदर की हदूद दमेला चौक में एक इंतहाई दिलहराश वाक़या पेश आया। दो फ्रीकैन के माबैन झगड़ा हुआ, ज़मीन का तनाज़ा था और उन दो फ्रीकैन के दरमियान जो है, ये जो लोगों का कहना है कि दो फ्रीकैन के दरमियान फायरिंग का तबादला हुआ। उस फायरिंग की जद में आकर दो शरीफ शहरी जिनका किसी भी पार्टी के साथ कोई तल्लक नहीं है, वो दो शरीफ शहरी जो हैं उनको मौत के घाट उतार दिया गया। ये जो दो शरीफ शहरी हैं ये उस फायरिंग की जद में आकर हलाक हो गए। हमारे साथ हलाक होने वालों में से सजावल बट वल्द मोहम्मद तारक बट मरहूम, जिनका तल्लक है मोहल्ला शेरशाही में, जलालपुर जट्टा मोहल्ला शेरशाही। उधर ताज़ियत के लिए हमारी टीम यहाँ पहुँची है। सजावल के जो भाई हैं वो हमारे साथ मौजूद हैं। उनसे हम ये सारी तफसीलात जो है वो पूछेंगे कि क्या फायरिंग का तबादला जो है ये दोनों फ्रीकैन के दरमियान हुआ या कि एक फ्रीक की जानब से फायरिंग की गई और आपके भाई को कत्ल किया गया। ये सारी तफसील हम जानेंगे। सजावल के जो छोटे भाई हैं हमारे साथ मौजूद हैं और उनके अजीज़ व अकारब भी हमारे साथ मौजूद हैं। उनसे हम बात करेंगे और ये सारी तफसीलात पूछेंगे। अस्सलाम वालेकुम सर। भाईजान, बहुत अफसोस हुआ। पहले तो बहुत ही एक अफसोसनाक वाक़या कि आपका एक जवान साला भाई जो है वो ना रहा, तो बहुत अफसोस है। तो इसके हवाले से आप क्या जानते हैं, जो आपकी इंफॉर्मेशन है उसके मुताबिक इनको कैसे मारा गया और कि ये किस फरीक की जानब से ये जो है फायरिंग की गई? ਇਹ ਤੋਂ ਗਏ ਨੇ ਉੱਥੇ ਪੰਪ ਤੇ ਗਏ ਨੇ। ਇਹ ਤੋਂ ਘਰੋਂ ਗਏ ਨੇ ਪਲੰਬਰ ਲੈਣ। ਉੱਥੇ ਕੋਈ ਦੋਸਤ ਮਿਲ ਗਿਆ, ਉਹਦੇ ਨਾਲ ਫਿਰ ਉੱਥੇ ਕੋਈ ਪੰਪ ਤੇ ਚਲੇ, ਉਹਨੇ ਕਿਹਾ ਚੱਲ ਇੱਥੇ ਆ ਪੈਟਰੋਲ ਪਵਾ ਲਾਂ। ਉੱਥੇ ਪੁਲਿਸ ਦੇ ਮੌਕੇ ਤੇ ਪੁਲਿਸ ਉੱਥੇ ਮੌਜੂਦ ਸੀ ਤੇ ਪੁਲਿਸ ਦੀ ਮੌਜੂਦਗੀ 'ਚ ਹੈਦਰ ਹਾਊਸ ਵੱਲੋਂ ਫਾਇਰਿੰਗ ਹੋਈ ਹੈ, ਜਿਨ੍ਹਾਂ ਦੇ ਯਾਨੀ ਕਿ ਭਾਈ ਮੇਰਾ ਉੱਥੋਂ ਗੁਜ਼ਰਦਾ ਹੀ ਪਿਆ ਤੇ ਉਹਨਾਂ ਦੇ ਬੰਦਿਆਂ ਦੀ ਗੋਲੀ ਆ ਕੇ ਇਹਨੂੰ ਇੱਥੇ ਲੱਗੀ ਹੈ। ਉਸ ਤੋਂ ਬਾਅਦ ਮੇਰਾ ਭਾਈ ਉੱਠਿਆ, ਉਹ ਇੱਥੋਂ ਪੁਲਿਸ ਦੀ ਗੱਡੀ ਤੱਕ ਗਿਆ। ਪੁਲਿਸ ਵਾਲਿਆਂ ਨੂੰ ਵੀ ਇੱਕ ਨੂੰ ਲੱਗੀ ਹੈ ਤੇ ਉਹ ਆਪਣਾ ਬੰਦਾ ਲੈ ਕੇ ਚਲੇ ਗਏ ਨੇ। ਮੇਰਾ ਭਾਈ ਉਹਨਾਂ ਦੇ ਸਾਹਮਣੇ ਡਿੱਗ ਪਿਆ ਤੇ ਉਹਨਾਂ ਚੁੱਕਿਆ ਤੱਕ ਨਹੀਂ, ਵੇਖਿਆ ਤੱਕ ਨਹੀਂ ਆ ਕਿ ਯਾਰ ਉਹ ਡਿੱਗਿਆ, ਉਹਨੂੰ ਵੀ ਲੈ ਕੇ ਜਾਵਾਂ। ਕਿ ਉਹ ਇਨਸਾਨ ਨਹੀਂ ਹੈ, ਉਹ ਕਿਸੇ ਦਾ ਮਾਂ ਪਿਓ ਦਾ ਪੁੱਤਰ ਨਹੀਂ ਹੈ, ਉਹਨਾਂ ਨੂੰ ਆਪਣੀ ਪਈ ਹੈ। ਜੇ ਆਇੰਦੇ ਮੁਆਫਤ ਨੇ ਸਾਨੂੰ ਨਹੀਂ ਚਾਹੀਦੇ, ਆਇੰਦੇ ਮੁਆਫਤ ਦੀ ਆਪ ਆਪਣੀਆਂ ਹਿਫਾਜ਼ਤਾਂ ਕਰ ਲਾਂਗੇ। ਪਰ ਸਾਨੂੰ ਇਨਸਾਫ ਚਾਹੀਦਾ ਹੁਣ, ਸਾਨੂੰ ਇਨਸਾਫ ਚਾਹੀਦਾ ਹੁਣ, ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਾਨੂੰ ਇਨਸਾਫ ਚਾਹੀਦਾ। ਅੱਛਾ, ਤੁਹਾਡੇ ਭਾਈ ਸਜਾਵਲ ਬੱਟ ਸਾਹਿਬ ਦਾ ਕਿਸੇ ਵੀ ਪਾਰਟੀ ਨਾਲ ਕੋਈ ਤਲਕ ਨਹੀਂ ਸੀ? ਕੋਈ ਤਲਕ ਵਾਸਤਾ ਨਹੀਂ ਸੀ। ਉਹ ਮੇਰੇ ਭਾਈ ਦਾ ਕਿਸੇ ਪਾਰਟੀ ਨਾਲ ਕੋਈ ਤਲਕ ਵਾਸਤਾ ਨਹੀਂ ਸੀ। ਉਹ ਤਾਂ ਬਸ ਉੱਥੇ ਗਿਆ ਹੈ ਪੈਟਰੋਲ ਪਵਾਉਣ, ਜਾਂ ਉੱਥੇ ਕਿਸੇ ਬੰਦੇ ਨਾਲ ਗਿਆ ਸੀ ਤੇ ਪਕਾਇਆ। ਹੈਦਰ ਹਾਊਸ ਵੱਲੋਂ ਫਾਇਰਿੰਗ ਹੋਈ ਹੈ ਤੇ ਬਾਅਦ ਵਿੱਚ ਫਿਰ ਦੂਸਰੀ ਪਾਰਟੀ ਵੱਲੋਂ ਕਿਧਰੇ ਫਾਇਰਿੰਗ ਹੋਈ ਹੈ। ਬਕਾਇਆ ਮੇਰਾ ਭਾਈ ਹੈਦਰ ਹਾਊਸ ਵੱਲੋਂ ਜਿਹੜੀ ਫਾਇਰਿੰਗ ਹੋਈ ਹੈ ਨਾ, ਉਹਨਾਂ ਦੀ ਫਾਇਰਿੰਗ ਦੇ, ਉਹਨਾਂ ਦੇ ਇੱਕ ਸ਼ਖਸ ਦੀ ਫਾਇਰਿੰਗ ਨਾਲ ਮੇਰਾ ਭਾਈ ਨਾਲ। ਅੱਛਾ, ਤੁਹਾਡਾ ਕਹਿਣ ਦਾ ਮਕਸਦ ਇਹ ਵੇ ਕਿ ਫਾਇਰਿੰਗ ਜਿਹੜੀ ਹੈ ਉਹ ਇੱਕ ਗਰੁੱਪ ਦੀ ਤਰਫੋਂ ਹੋਈ ਹੈ, ਉਹ ਵੇ ਹੈਦਰ ਹਾਊਸ ਵਾਲੇ ਜਿਨ੍ਹਾਂ ਦੀ ਤਰਫੋਂ ਫਾਇਰਿੰਗ ਹੋਈ ਹੈ, ਤੇ ਉਹ ਫਾਇਰਿੰਗ ਦੀ ਜ਼ਦ ਵਿੱਚ ਜਿਹੜਾ ਹੈ ਉਹ ਤੁਹਾਡੇ ਭਾਈ ਵੀ ਆ ਗਏ ਨੇ। ਤੇ ਭਾਈ ਮੇਰੇ ਫਿਰ ਆਏ ਨੇ। ਉਹ ਉੱਥੇ ਕੋਈ 5 ਮਿੰਟ ਉੱਥੇ ਫਿਰੇ ਨੇ। ਉਹਨਾਂ ਨੂੰ ਐਤਰੇ ਦਲੇਰ ਦਾ ਉਹਨੂੰ ਪਤਾ ਹੀ ਨਹੀਂ ਚੱਲਿਆ ਗੋਲੀ ਲੱਗੀ ਵੀ ਕਿ ਨਹੀਂ ਲੱਗੀ। ਉਹ ਪੁਲਿਸ ਵਾਲੇ ਆਪਣੇ ਬੰਦੇ ਨੂੰ ਗੱਡੀ 'ਚ ਪਾ ਕੇ ਚੱਲੇ ਹਨ ਤੇ ਮੇਰਾ ਭਾਈ ਉਹਨਾਂ ਨਾਲ ਗਿਆ। ਉਹਨਾਂ ਕਿਹਾ ਪਤਾ ਨਹੀਂ ਮੈਨੂੰ ਵੀ ਲੈ ਜਿਓ, ਲੇਕਿਨ ਉਹ ਚਲੇ ਗਏ ਨੇ, ਉੱਥੇ ਹੀ ਡਿੱਗ ਪਿਆ। ਫਿਰ ਉਹ ਉੱਥੇ ਗਏ ਨੇ, ਸਿਵਲ ਹਸਪਤਾਲ ਗਏ ਨੇ। ਉੱਥੋਂ ਕੋਈ ਦੋਸਤ ਆਇਆ, ਉਹਨਾਂ ਸਿਵਲ ਹਸਪਤਾਲ ਖੜਿਆ। ਸਿਵਲ ਹਸਪਤਾਲ ਨੇ ਕੋਈ ਗੱਲ ਨਹੀਂ ਖਲੋਤੀ। ਉੱਥੇ ਕੋਈ ਡਾਕਟਰ ਨਹੀਂ, ਕੋਈ ਕੁਝ ਨਹੀਂ, ਕੋਈ ਆਕਸੀਜਨ ਨਹੀਂ, ਕੋਈ ਉਹਨਾਂ ਟ੍ਰੀਟਮੈਂਟ ਨਹੀਂ ਕੀਤਾ। ਉੱਥੇ ਮੇਰਾ ਭਾਈ 10-15 ਮਿੰਟ ਬੈਠਾ ਰਿਹਾ ਵੇ।
ਆਪਣੇ ਹੋਸ਼ੋ ਹਵਾਸ 'ਚ ਬੈਠਾ ਰਿਹਾ, ਉਹਨਾਂ ਕੋਈ ਉਹਦਾ ਟ੍ਰੀਟਮੈਂਟ ਨਹੀਂ ਕੀਤਾ, ਗੁਜਰਾਤ ਜਾਣ ਤੱਕ ਦਮ ਤੋੜ ਗਿਆ। तो नाज़रीन, ये अफसोसनाक वाक़या जो संडे को तकरीबन 1 बजे के दरमियान, ये 1 और 1:30 बजे के दरमियान ये वाक़या पेश आया। तो नाज़रीन, ये वाक़या जो है ये पुलिस की मौजूदगी में पेश आया। इसी तरह नहीं, पुलिस वहाँ मौके पर मौजूद थी जब ये फायरिंग का सिलसिला जारी था। और ये जो भाई हमारे साथ मौजूद हैं, इनके बड़े भाई सजावल भट्ट साहब जो उस फायरिंग की जद में आकर कत्ल हो गए, वो ये तो नाज़रीन अफसोस की बात ये है कि पुलिस की मौजूदगी में ये वाक़या पेश आया और इस फायरिंग की जद में एक पुलिस का एहलकार जो है वो भी फायरिंग की जद में आकर ज़ख्मी हुआ। ठीक है, सजावल भट्ट साहब को भी वहाँ गोली लगी, ये भी पुलिस की मौजूदगी में इनको फायर लगा। तो सीसीटीवी कैमरे में ये वाज़े तौर पे देखा जा सकता है कि ये कितनी बेहिसी है और ये कैसे लोग हैं। ये देखें, इतनी अफसोस की बात है कि एक पुलिस वाला जो है वो अपने एक भाई को बचाने के लिए उसने इतनी जल्दी की है कि आपने एक महकमाना भाई को गाड़ी में डालकर वो ले गए हैं, जो साथ ही शदीद ज़ख्मी था, जिसको वक्ती तौर अगर ट्रीटमेंट मिल जाती तो शायद उसकी सजावल भट्ट की ज़िंदगी जो है वो बच जाती, शायद वो सजावल जो है वो ज़िंदगी की और सांसें ले सकता। लेकिन ये इतनी बेहिसी है और आप ख़ुद फैसला करें कि ये एक जवान मर्द है, उसकी इतनी जुर्त है कि उसको छाती पे फायर लगा हुआ है और वो पुलिस की गाड़ी की जानब दौड़ रहा है कि यार मुझे भी साथ ले जाओ। तो सीसीटीवी कैमरे में वाज़े देखा जा रहा है कि वो अपनी गाड़ी को दौड़ा कर ले गए हैं और ये बेचारा उधर ही बेयारो मददगार पड़ा रहा जैसे उसका कोई वाली वारिस ही नहीं। ये मुहाफ़िज़ है, ये तो फिर आपने ही मुहाफ़िज़ हुए। तो नाज़रीन, इस अफसोसनाक वाक़े में शदीद ज़ख्मी होने वाले ये जो सजावल भट्ट साहब जो ज़िंदगी की ताब ना लाते हुए इस दुनिया से कूच कर गए, उनको शदीद ज़ख्मी हालत में जब सिविल हॉस्पिटल जलालपुर जटा पहुंचाया गया तो वहाँ हस्पताल की ये इतनी खस्ता हाली कि जैसे कोई एक वीरान डेरा होता है, वहाँ कोई इंसान नाम की चीज़ ही नहीं है। कोई डॉक्टर जो है उसने ये सजावल भट्ट साहब की तरफ तो नज़र ही नहीं की। ठीक है, और वो बेचारा उधर तड़प तड़प कर उसने जान दे दी। जो हॉस्पिटल में मौजूद थे, ये सजावल भट्ट साहब के अजीज़ हमारे साथ मौजूद हैं, उनसे हम ये भी तफसील पूछेंगे। अस्सलाम वालेकुम। वालेकुम सलाम जी, मेरा नाम साबर भट्ट है जी, मैं उनका तायाब हूँ जी जी। तो ये सबसे बड़ी जो बात है ना जी, ये हॉस्पिटल की वजह से हमारे बच्चे की डेथ हुई है। जी जी। क्योंकि वहाँ पे पहुँच गया था, उन लोगों को चाहिए था कि इसके ट्रीटमेंट जैसे भी होते करते हैं जी, लेकिन नाकस इंतज़ाम है, गैर अखलाकी लोग हैं। किसी बंदे ने हमारी तरफ ध्यान दवाई देते रहे, भाई ये हमारा मसला है, किसी बंदे ने हमारी बात नहीं सुनी, बोलते हैं गुजरात ले जाओ, हैं जी। तो इतना गंदा इंतज़ाम है, ये डॉक्टर लोग हैं जी, इतना बद अखलाकी हमारे साथ। उसको बगैर देखे बगैर चेक किए बोल दिया कि ये गुजरात ले जाओ। तरफ देखा ही नहीं, कोई बंदा भी किसी फर्श पे पड़ा रहा। हम दवाई देते रहे कि यार थोड़ा सा ट्रीटमेंट कर दे, हम गुजरात चले जाएं, हैं जी, लेकिन उन लोगों ने हमारी बात किसी ने नहीं सुनी, हैं जी। उसके बाद गुजरात जाते हुए रास्ते में फिर डेथ होगी उसकी। तो वहाँ जाके भी किसी बंदे ने कोई केयर नहीं की, किसी डॉक्टर ने। वहाँ भी क्योंकि अकेला ही था, कोई उसके साथ तो नहीं था। हमें तो पता चला बाद में, अगर हम साथ होते तो कुछ चलो रास्ता निकाल लेते, लेकिन वो अकेला था, एक बंदा था उसके साथ दोस्त कोई, हैं जी। किसी बंदे ने कोई बात नहीं सुनी, वहाँ इसलिए डेथ होगी। वहाँ बात करता रहा, गुजरात में भी ऐसे किया उन लोगों ने। तब सबसे मेन चीज़ जो जलालपुर में ये ट्रीटमेंट तो होनी चाहिए। अक्सर केस होते रहते हैं, ऐसे वाक़यात बहुत सारे होते रहते हैं रोनमो, लेकिन ऐसा निज़ाम तो होना चाहिए ना। जलालपुर जटा में अक्सर लोगों की डेथ हो जाती है, लोगों के बच्चे चले जाते हैं जी दुनिया से। सिर्फ जलालपुर में सहूलत नहीं है ये। तो ये वजाज साहब भी आए थे, उनसे भी अपील की हमने कि ये हमारे साथ हमारी दाद रसी होनी चाहिए, हमें इंसाफ चाहिए। हम नहीं उन लोगों को जानते कौन है कौन नहीं है, ना हमारा किसी के साथ कोई दुश्मनी है, ना कोई मसला है जी। हम गरीब लोग हैं, अपना रोज़ी कमा रहे हैं, मजदूरी कर रहे हैं जी, लेकिन हमारे साथ इंसाफ चाहिए।
तो उनको भी बोला कि हॉस्पिटल का कोई मसला इधर हमारे साथ तावन करें कि जलालपुर जट्टा को कोई सहूलत है जो एमरजेंसी होनी चाहिए हैं जी। जी नाज़रीन, हम इस वक्त मौजूद हैं मेयर नासिर साहब के घर, और इनके जो चाचा जान हैं ताया अबू वो हमारे साथ मौजूद हैं। उनके मेयर नासिर साहब के भाई भी हमारे साथ मौजूद हैं। इनसे भी हम ये सारी तफसील पूछेंगे कि ये जो अफसोसनाक वाक़या पेश आया, आपके भाई को किस तरह मारा गया और इसमें कौन लोग मुलव्वस हैं। अस्सलाम वालेकुम। वालेकुम अस्सलाम जी। अंकल जी, पहले तो बहुत ज़्यादा अफसोस है ਇਹ ਜਿਹੜਾ ਅਫਸੋਸਨਾਕ ਵਾਕਿਆ ਪੇਸ਼ ਆਇਆ ਹੈ, ਤੇ ਅਸੀਂ ਜਨਾਬ ਤੁਹਾਡੇ ਇਸ ਦੁੱਖ ਦਰਦ ਦੇ ਵਿੱਚ ਸ਼ਰੀਕ ਹਾਂ, ਬਰਾਬਰ ਸ਼ਰੀਕ ਹਾਂ। ਖੁਦਾ ਦੀ ਜ਼ਾਤ ਪਾਕ ਤੁਹਾਨੂੰ ਇਸ ਅਲਮਨਾਕ ਜਿਹੜਾ ਵਾਕਿਆ ਪੇਸ਼ ਹੈ, ਮਾਲਕ ਤੁਹਾਨੂੰ ਇਹਦੇ ਤੇ ਸਬਰ ਅਤਾ ਕਰੇ। ਆਮੀਨ। ਤੇ ਬੇਟੇ, ਤੁਹਾਡੇ ਦਾ ਬਹੁਤ ਅਫਸੋਸ ਹੈ, ਔਰ ਤੁਸੀਂ ਇਹਦੇ ਬਾਰੇ 'ਚ ਕੀ ਜਾਣਦੇ ਹੋ ਔਰ ਕੀ ਕਹਿਣਾ ਚਾਹੋਗੇ। ਅਸੀਂ ਇਹ ਕਹਿਣਾ ਚਾਹੁੰਦੇ ਆ, ਜਿਹੜੀ ਮੌਜੂਦਾ ਹਕੂਮਤ ਨੇ, ਜਿਹੜੇ ਮੌਜੂਦਾ ਅਦਾਰੇ ਨੇ ਜੀ, ਅਸੀਂ ਉਹਨਾਂ ਅੱਗੇ ਇੱਕੋ ਰਿਕਵੈਸਟ ਕਰਨੇ ਆ ਕਿ ਸਾਡੇ ਜਿਹੜੇ ਗਰੀਬ ਬੰਦੇ ਆ, ਅਸੀਂ ਸਾਨੂੰ ਮਕਬੂਜ਼ਾ ਕਸ਼ਮੀਰ ਚ ਭੇਜ ਦੇਣ। ਠੀਕ ਹੈ। ਉੱਥੇ ਜ਼ੁਲਮ ਹੁੰਦਾ ਹੈ, ਉਹ ਬਰਦਾਸ਼ਤ ਕਰਦੇ ਨੇ, ਉਹਨਾਂ ਨੂੰ ਵੇਖ ਕੇ ਅਸੀਂ ਬਰਦਾਸ਼ਤ ਕਰੀਏ। ਅਸੀਂ ਕਿਉਂ ਆਜ਼ਾਦ ਪਾਕਿਸਤਾਨ ਚ ਬੈਠੇ ਆ? ਅਸੀਂ ਉਹ ਮੋਦੀ ਦੇ ਮਾਰ ਖਾ ਲਈਏ, ਅਸੀਂ ਕਾਫਰਾਂ ਕੋਲ ਮਾਰ ਖਾਈਏ। ਜ਼ਬਾਨ ਤੇ ਕਲਮਾ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਤੱਕ ਸੀਨੇ 'ਚ ਖੰਜਰ, ਕਿਹੜੇ ਹੱਥ ਤੇ ਅਸੀਂ ਆਪਣਾ ਖੂਨ ਤਲਾਸ਼ ਕਰੀਏ? ਸਾਨੂੰ ਕੋਈ ਘੁੰਮਣ ਦਾ ਨੁਮਾਇੰਦਾ ਵਜ਼ੀਰ ਆਜ਼ਮ ਤੱਕ ਦੱਸੇ ਕਿ ਉਹਦਾ ਸਾਨੂੰ ਮਾਰਿਆ ਕਿਉਂ ਹੈ ਤੇ ਮਰਨ ਵਾਲੇ ਨੂੰ ਪੁੱਛਿਆ ਮੋਇਆ ਕਿਉਂ ਹੈ। ਕੋਈ ਇਲਜ਼ਾਮ ਤੇ ਸਾਡੇ ਤੇ ਲਾਉਣ ਨਾ। ਉੱਥੇ ਜੋ ਕੁਝ ਕੱਲ ਹੋਇਆ, ਪੁਲਿਸ ਦੀ ਮੌਜੂਦਗੀ ਵਿੱਚ ਸਾਰਾ ਕੁਝ ਹੋਇਆ, ਇਹ ਸਭ ਤੋਂ ਵੱਡੀ FIR ਸਾਡੇ ਤੇ ਪੁਲਿਸ ਨੇ ਕੱਟੀ ਹੈ ਕੱਲ, ਜਿਹਦੇ 'ਚ ਅਸੀਂ ਆਪਣਾ ਬੱਚਾ, ਮੇਰਾ ਆਪਣਾ ਭਤੀਜਾ, ਇਸੇ ਮਹੱਲੇ ਦਾ ਦੂਜਾ ਬੱਚਾ ਜਿਹੜਾ ਉਹ ਅਸੀਂ ਜ਼ਾਇਆ ਕਰ ਬੈਠੇ ਹਾਂ ਜੀ। ਇਹ FIR ਸਾਡੇ ਤੇ ਮੌਜੂਦਾ ਅਦਾਰਿਆਂ ਨੇ ਕੱਲ ਕੱਟੀ ਹੈ। नाजरीन, हमारे साथ मेयर नासिर साहब के भाई भी मौजूद हैं, उनसे भी हम बात करेंगे। अस्सलाम वालेकुम। वालेकुम अस्सलाम। अच्छा भाईजान, ਇਹ ਕਿਤਨੇ ਲੋਕਾਂ ਤੇ FIR ਹੋਈ ਹੈ ਔਰ ਤੁਸੀਂ ਸਾਨੂੰ ਇਹ ਦੱਸ ਸਕਦੇ ਹੋ ਕਿ ਇਹ ਕਿਸ ਫਰੀਕ ਦੀ ਫਾਇਰਿੰਗ ਦੇ ਨਾਲ ਤੁਹਾਡੇ ਭਾਈ ਨੂੰ ਮਾਰਿਆ ਗਿਆ? औज़ु बिल्लाहि मिनश शैतानिर रजीम, बिस्मिल्लाहिर रहमानिर रहीम। ਸਾਡਾ ਕਿਸੇ ਨਾਲ ਕੋਈ ਝਗੜਾ, ਕੋਈ ਉੱਥੇ ਮਸਲਾ ਮਸੈਲ ਨਹੀਂ ਹੈ। ਅਸੀਂ ਆਪਣੀ ਰੋਜ਼ੀ ਕਮਾਉਂਦੇ ਹਾਂ ਵੇ, ਸਾਡਾ ਪੈਟਰੋਲ ਪੰਪ, ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ। ਸਾਡੇ ਨਾਲ ਜ਼ਿਆਦਤੀ ਹੋਈ ਹੈ, ਸਾਡੇ ਭਾਈ ਨੂੰ ਫੈਰ ਲੱਗੇ ਨੇ, ਬੇਗੁਨਾਹ ਮਾਰਿਆ ਗਿਆ। ਉਦੋਂ ਅਫਰੀਕਾ ਦਾ ਆਪਸ ਵਿੱਚ ਮਸਲਾ ਸੀ, ਇੱਧਰ ਹਾਊਸ ਵਾਲੇ ਨੇ ਜਾਂ ਬਾਟ ਨੇ ਉੱਧਰ, ਉਹਨਾਂ ਨੇ ਕੀ ਨਾਲ ਦਾ ਕਬਜ਼ਾ ਗਰੁੱਪ ਨੇ, ਉਹਨਾਂ ਕੋ ਮਰਲੇ ਡੇਢ ਵਾਤੇ ਕੋ ਮਸਲਾ ਬਣਾਈ ਅਸੀਂ ਆਪਸ ਵਿੱਚ, ਜਿਹਦੀ ਵਜ੍ਹਾ ਤੋਂ ਆ ਕੇ ਕੱਲ ਸ਼ਦੀਦ ਫਾਇਰਿੰਗ ਹੋਈ ਹੈ। ਮਤਲਬ ਇਹ ਤੁਹਾਡੇ ਕਹਿਣ ਦਾ ਮਕਸਦ ਇਹ ਹੈ ਕਿ ਸਾਡੇ ਜਿਹੜੇ ਭਾਈ ਸਨ ਨਾਸਿਰ ਸਾਹਿਬ, ਮੇयर ਨਾਸਿਰ ਸਾਹਿਬ, ਉਹਨਾਂ ਦਾ ਦੋਨਾਂ ਪਾਰਟੀਆਂ ਨਾਲ ਵੀ ਕੋਈ ਐਸਾ ਤਲਕ ਨਹੀਂ ਸੀ ਹੈ? ਸਾਡਾ ਕਿਸੇ ਨਾਲ ਵੀ ਕੋਈ ਕਿਸੇ ਕਿਸਮ ਦਾ ਤਲਕ ਨਹੀਂ ਸੀ ਹੈ। ਉਹ ਤੇ ਬਸ ਇੰਜੀ ਪੁਲਿਸ ਦੀ ਗੱਡੀ ਵੀ ਆਈ, ਉੱਥੇ ਫਾਇਰਿੰਗ ਹੋ ਰਹੀ ਹੈ, ਗੱਡੀ ਆਈ ਹੈ ਵਿੱਚ 5-7 ਮੁਲਾਜ਼ਮ ਨੇ, ਉਹ ਮੁਲਾਜ਼ਮ ਗੱਡੀ ਵਿੱਚੋਂ ਨਿਕਲੇ ਨੇ, ਉਹ ਬਾਹਰ ਸੜਕ ਵੱਲ ਗਏ ਨੇ, ਫਾਇਰਿੰਗ ਹੋ ਰਹੀ ਹੈ। ਉਹਦੇ ਦੌਰਾਨ ਕੀ ਨਾਲ ਦਾ ਪੁਲਿਸ ਨੂੰ ਉਹਨਾਂ ਨੇ ਸਿੱਧੇ ਫਾਇਰ ਹੀ ਮਾਰੇ ਨੇ। ਉਹਨਾਂ ਦਾ ਇੱਕ ਸ਼ਾਇਦ SHO ਸੀ, ASI ਸੀ, ਉਹਦੇ ਸਿਰ ਵਿੱਚ ਫਾਇਰ ਲੱਗਾ ਹੈ। ਅੱਗੋਂ ਜਨਾਬ ਉਹਨਾਂ ਫਾਇਰ ਮਜ਼ੀਦ ਖੋਲ ਦਿੱਤੇ ਨੇ। ਉਹ ਪੁਲਿਸ ਦੇ ਕੋਲ ਹੀ ਸਾਡਾ ਭਾਈ ਨੁੱਕਰ ਦੇ ਆਪਣੇ ਪੰਪ ਦੇ ਵਿੱਚ ਖਲੋਤੇ ਹੈ, ਉਹਨੂੰ ਜਨਾਬ ਮੇਰੀ ਸਾਹਮਣਾ ਨਿਸ਼ਾਨਾ ਮਾਰਿਆ ਗਿਆ। ਠੀਕ ਹੈ, ਉਹ ਮੌਕੇ ਦੇ ਉੱਤੇ ਡਿੱਗ ਪਿਆ ਤੇ ਪੁਲਿਸ ਉਹਦੇ ਕੋਲੋਂ ਨੱਸ ਕੇ ਸਾਡੇ ਪੰਪ ਦੇ ਅੰਦਰ ਦੌੜੀ ਹੈ। ਸਾਰੇ ਮੁਲਾਜ਼ਮ ਔਰ ਜਿਹੜੀ ਵਾਮ ਹੈ ਬਾਹਰ, ਉਹ ਵੀ ਡਰ ਦੇ ਫਾਇਰਿੰਗ ਦੀ ਡਰ ਤੋਂ ਨਾ ਉਹ ਸਾਡੇ ਪੰਪ ਵੱਲ ਦੌੜੇ ਨੇ, ਅੰਦਰਾਂ 'ਚ ਵੜ ਗਏ ਨੇ। ਉਹਦਾ ਦੂਸਰਾ ਮੁੰਡਾ ਸੀ ਬੱਟ, ਸਜਾਵਲ ਬੱਟ, ਉਹਨੂੰ ਵੀ ਫਾਇਰ ਲੱਗ ਚੁੱਕਾ ਸੀ ਸੜਕ ਤੇ, ਉਹ 2-3 ਵਾਰੀ ਡਿੱਗਾ ਵੀ ਉੱਥੇ ਪੰਪ ਸਾਡੇ ਦੇ ਅੰਦਰ ਹੀ। ਉਹ ਸਾਡੇ ਕਮਰੇ ਦੇ ਵਿੱਚ ਹੀ ਗਿਆ ਤੋੜ ਪਿੱਛੇ, ਆਪਣੀ ਜਾਨ ਬਚਾਉਂਦੇ ਆ। ਫਾਇਰਿੰਗ ਪਿੱਛੋਂ ਖੁੱਲੀ, ਪੁਲਿਸ ਵਾਲੇ ਵੀ ਉੱਥੇ ਅੰਦਰਾਂ 'ਚ ਵੜ ਗਏ ਨੇ ਤੇ ਉਹਨਾਂ ਜਨਾਬ ਮੇਰੀ ਆਪਣੀ ਜਾਨ ਬਚਾ ਕੇ ਤੇ ਨਸੇ ਨੇ ਪੁਲਿਸ ਵਾਲੇ ਆਪਣਾ ਮੁਲਾਜ਼ਮ ਲੈ ਕੇ
ਉਹਨਾਂ ਗੱਡੀ 'ਚ ਵਾੜਿਆ, ਉਹ ਲੈ ਕੇ ਗੱਡੀ 'ਤੇ ਨਿਕਲ ਗਏ। ਉਹ ਸਾਡੀ ਬਸ ਇਹੀ ਅਪੀਲ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਡਾ ਭਾਈ ਬੇਕਸੂਰ ਦੁਨੀਆ ਤੋਂ ਗਿਆ ਹੈ ਤੇ ਉਹਨਾਂ ਨੂੰ ਇਨਸਾਫ ਲੱਭਣਾ ਚਾਹੀਦਾ। ਸਾਨੂੰ ਅਸੀਂ ਇਨਸਾਫ ਦੀ ਅਪੀਲ ਕਰਨੇ ਆ ਹਕੂਮਤੇ ਵੱਲ ਅੱਗੇ ਕਿ ਸਾਨੂੰ ਇਨਸਾਫ ਦਿੱਤਾ ਜਾਏ, ਜਿਹੜਾ ਅਸਲ ਮੁਜਰਮ ਨੇ ਉਹਨਾਂ ਨੂੰ ਪਕੜਿਆ ਜਾਏ ਤੇ ਉੱਥੇ ਜਿਹੜੀ ਦਹਿਸ਼ਤਗਰਦੀ ਹੋ ਰਹੀ ਹੈ ਉਹ ਨਾ ਹੋਈ ਜਾਏ, ਇਹਦੇ 'ਤੇ ਕੰਟਰੋਲ ਕੀਤਾ ਜਾਏ। ਸਾਡੇ ਜਿਹੜੇ ਇੱਥੇ ਮਜ਼ੀਦ ਅਫਸਰਾਨ ਬਾਲਾ ਬੈਠੇ ਨੇ ਉਹ ਇਹਦੇ ਉੱਤੇ ਕੋਈ ਅਮਲ ਦਰਾਮਦ ਕਰਨ, ਇਸ ਕੰਮ ਨੂੰ ਕੰਟਰੋਲ ਕੀਤਾ ਜਾਏ ਤੇ ਤਫਜ਼ ਦਿੱਤਾ ਜਾਏ ਆਵਾਮ ਨੂੰ। ਬਸ ਮੇਰੀ ਇਹੀ ਰਿਕੁਐਸਟ ਹੈ ਕਿ ਸਾਡੇ ਭਾਈ ਦਾ कोई अच्छा रिलीफ सानू लभे। मेहरबानी, शुक्रिया। तो नाज़रीन इजाज़त दीजिए, कैमरामैन हसन रज़ा के साथ सैयद इब्रार नटवी, ब्यूरो चीफ, डेली गुजरात। अस्सलामु अलैकुम।